हाँ जी, सत श्री अकाल साਰਿਆਂ ਨੂੰ। ਵੀਡੀਓ ਪੋਲਿਟੀ ਦੀ ਲੈ ਕੇ ਹਾਜ਼ਰ ਹੋਏ ਹਾਂ ਜੀ। ਸੋ ਇਹ ਦੇਖਣੀ ਜ਼ਰੂਰੀ ਆ ਮਾਸਟਰ ਕੇਡਰ ਵਾਲਿਆਂ ਦੇ ਲਈ, ਮਾਸਟਰ ਕੇਡਰ SST ਤੇ ਇਸ ਤੋਂ ਇਲਾਵਾ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੋ ਰਹੇ ਨੇ ਸਾਰਿਆਂ ਦੇ ਲਈ ਇਹ ਜ਼ਰੂਰੀ ਹੈ ਜੀ। CTET ਵਾਲਿਆਂ ਲਈ ਵੀ ਜ਼ਰੂਰੀ ਹੈ ਦੇਖਣੀ। ਤੇ ਵਨ ਲਾਈਨਰ ਕੁਐਸਚਨ ਨੇ। ਸੋ ਮਾਸਟਰ ਕੇਡਰ SST ਨਜ਼ਦੀਕ ਆ ਗਿਆ, ਇੱਕ ਦਿਨ ਹੀ ਆ ਉਹਨਾਂ ਕੋਲ, ਬਾਕੀ ਇਸ ਕਰਕੇ ਵਨ ਲਾਈਨਰ ਕੁਐਸਚਨ ਹੀ ਤਿਆਰ ਕੀਤੇ ਨੇ ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਆਪਾਂ ਡਿਸਕਸ ਕਰਦੇ ਜਾਵਾਂਗੇ। ਸੋ ਆਪਾਂ ਟਾਈਮ ਨਹੀਂ ਵੇਸਟ ਕਰਦੇ। ਸੋ ਜਿਨ੍ਹਾਂ ਨੇ ਵੀ PDF ਲੈਣੀਆਂ ਨੇ ਉਹਨੂੰ ਵੀ ਲੱਗਦਾ ਜਿਨ੍ਹਾਂ ਨੂੰ ਪੜ੍ਹ ਸਕਦੇ ਆ, ਉਹ ਆਪਣਾ ਤੁਹਾਨੂੰ ਦੱਸਿਆ ਸੀ ਕਿ ਪੇਡ ਗਰੁੱਪ ਦੇ ਵਿੱਚ ਤੁਹਾਨੂੰ ਮਿਲਣਗੀਆਂ PDF, ਠੀਕ ਹੈ ਜੀ, ਪੋਲਿਟੀ ਦੀਆਂ ਵੀ ਔਰ ਹਿਸਟਰੀ ਦੀਆਂ ਵੀ, ਠੀਕ ਹੈ ਜੀ। ਔਰ ਉਹਦਾ ਪ੍ਰਾਈਜ਼ ਰੱਖਿਆ ਗਿਆ ਸਿਰਫ 200, ਠੀਕ ਹੈ ਜੀ। ਇੱਕ ਸਬਜੈਕਟ ਦਾ 100। ਸੋ ਉਹ PDF ਤੁਹਾਨੂੰ ਮਿਲ ਜਾਣਗੀਆਂ, ਤੋਂ ਜਲਦੀ ਤੋਂ ਜਲਦੀ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ, ਠੀਕ ਹੈ। ਇੰਨੀ ਜਲਦੀ ਆਪਾਂ ਸਾਰੀਆਂ ਇੰਨੀਆਂ ਵੀਡੀਓਜ਼ ਕਵਰ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ ਹੁੰਦੇ। ਇਸ ਤੋਂ ਇਲਾਵਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਆਪਣੇ ਹੋਰ ਇੰਪੋਰਟੈਂਟ ਨੋਟਸ ਮਿਲਦੇ ਰਹਿੰਦੇ ਆ ਤੁਹਾਨੂੰ। ਟੈਸਟ ਵੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਚੱਲਦਾ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ, ਸਾਰਿਆਂ ਨੇ ਉਹ ਜ਼ਰੂਰ ਜੁਆਇਨ ਕਰ ਲੈਣਾ। ਔਰ ਮਾਸਟਰ ਕੇਡਰ ਦੇਣ ਜਾ ਰਹੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਹਾਲੇ ਤੱਕ ਪ੍ਰੀਵੀਅਸ ਈਅਰ ਦੇ ਮਾਸਟਰ ਕੇਡਰ ਨਹੀਂ ਦੇਖੇ, ਉਹ ਐਗਜ਼ਾਮ ਆਪਣੇ ਸੋਲਵ ਕਰਕੇ ਉਹ ਪਾਏ ਹੋਏ ਨੇ ਪੇਪਰ, ਠੀਕ ਹੈ ਨੇ, ਕੁਐਸਚਨ ਪੇਪਰ ਪ੍ਰੀਵੀਅਸ ਈਅਰ ਦੇ ਮਾਸਟਰ ਕੇਡਰ SST ਦਾ ਵੀ, ਮਾਸਟਰ ਕੇਡਰ ਪੰਜਾਬੀ ਦਾ ਵੀ। ਐਗਜ਼ਾਮ ਦੇਣ ਦੇ ਤੋਂ ਪਹਿਲਾਂ ਉਹ ਪੇਪਰ ਸਾਰਿਆਂ ਨੇ ਲਾਜ਼ਮੀ ਦੇਖ ਕੇ ਜਾਣਾ, ਉਹਦੀ ਵੀਡੀਓ ਨੂੰ ਧਿਆਨ ਨਾਲ ਦੇਖਣਾ। ਵੀਡੀਓ ਦੇ ਵਿੱਚ ਹੋਰ ਬਹੁਤ ਇੰਪੋਰਟੈਂਟ ਗੱਲਾਂ ਆਪਾਂ ਡਿਸਕਸ ਕੀਤੀਆਂ ਨੇ, ਠੀਕ ਹੈ ਜੀ। ਔਰ ਇਹ ਐਗਜ਼ਾਮ ਹੋਊਗਾ ਤਾਂ ਨਾਲ ਦੀ ਨਾਲ ਉਹਨੂੰ ਵੀ ਆਪਾਂ ਸ਼ਾਮ ਨੂੰ ਸੋਲਵ ਕਰਕੇ ਆਪਣੇ ਚੈਨਲ 'ਤੇ ਅਪਲੋਡ ਕਰ ਦਾਂਗੇ ਜੀ। ਕਮਿਊਨਿਟੀ ਦੇ ਵਿੱਚ ਵੀ ਕਾਫੀ ਸਵਾਲ ਦਿੱਤੇ ਹੋਏ ਨੇ ਤੁਹਾਡੇ ਕੰਮ ਦੇ, ਉਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਔਰ ਟੈਲੀਗ੍ਰਾਮ ਗਰੁੱਪ ਦੇ ਵਿੱਚ ਆਲਰੇਡੀ ਆਪਣੇ ਟੈਸਟ ਚੱਲ ਰਹੇ ਨੇ, ਕੁਇਜ਼ ਮੁਕਾਬਲਾ ਸ਼ਾਮ ਨੂੰ ਹੁੰਦਾ, ਉਹ ਵੀ ਹਰ ਰੋਜ਼ ਤੁਸੀਂ ਚੈਨਲ ਨੂੰ ਉਹਨੂੰ ਜੁਆਇਨ ਕਰਕੇ ਸੋ ਉਹਦਾ ਹਿੱਸਾ ਬਣ ਸਕਦੇ ਹੋ, ਠੀਕ ਹੈ ਜੀ। ਸੋ ਜ਼ਿਆਦਾ ਦੇਰ ਨਹੀਂ ਆਪਾਂ ਲਾਉਂਦੇ, ਆਪਾਂ ਜਲਦੀ ਤੋਂ ਜਲਦੀ ਵਨ ਲਾਈਨਰ ਕੁਐਸਚਨ ਨੇ ਜਿਹੜੇ ਡਿਸਕਸ ਕਰਾਂਗੇ ਜੀ। ਹਾਂਜੀ, ਪਹਿਲਾ ਕੁਐਸਚਨ ਹੈ ਜੀ, ਸੰਵਿਧਾਨ ਬਣਾਉਣ ਨੂੰ ਕਿੰਨਾ ਸਮਾਂ ਲੱਗਿਆ ਜੀ? ਸੰਵਿਧਾਨ ਬਣਾਉਣ ਨੂੰ ਲੱਗਿਆ ਜੀ 2 ਸਾਲ 11 ਮਹੀਨੇ 18 ਦਿਨ, ਠੀਕ ਹੈ ਜੀ। ਸੋ ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਕਿਸ ਸੰਬੰਧੀ ਨਿਯਮ ਨੇ? ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸੰਬੰਧੀ, ਠੀਕ ਹੈ ਜੀ। ਅਗਲਾ ਕੁਐਸਚਨ ਹੈਗਾ ਜੀ, ਸੰਵਿਧਾਨ ਦੀ ਦੂਜੀ ਅਨੁਸੂਚੀ ਵਿੱਚ ਕਿਸ ਦਾ ਵਰਣਨ ਕੀਤਾ ਗਿਆ ਹੈ? ਦੂਜੀ ਅਨੁਸੂਚੀ ਵਿੱਚ ਜੀ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ, ਕੰਟਰੋਲਰ ਅਤੇ ਆਡੀਟਰ ਜਨਰਲ, ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਸੰਬੰਧੀ ਜ਼ਿਕਰ ਕੀਤਾ ਗਿਆ, ਠੀਕ ਹੈ ਜੀ। ਇਹਨਾਂ ਦੇ ਅਹੁਦੇ ਜਾਂ ਹੋਰ ਕਿਸੇ ਚੀਜ਼ ਦਾ ਜ਼ਿਕਰ ਨਹੀਂ ਹੈਗਾ, ਇਹਨਾਂ ਦੀਆਂ ਤਨਖਾਹਾਂ ਦਾ ਅਤੇ ਭੱਤਿਆਂ ਦਾ ਜ਼ਿਕਰ ਕੀਤਾ ਗਿਆ। ਕਿਹੜੀ ਅਨੁਸੂਚੀ ਦੇ ਵਿੱਚ? ਠੀਕ ਹੈ ਜੀ, ਦੂਜੀ ਅਨੁਸੂਚੀ ਦੇ ਵਿੱਚ। ਤੀਜੀ ਅਨੁਸੂਚੀ ਦੇ ਵਿੱਚ ਜੇ ਆ ਗਿਆ ਜੀ ਅਗਲਾ ਕੁਐਸਚਨ, ਤੀਜੀ ਅਨੁਸੂਚੀ ਦੇ ਵਿੱਚ ਕੀ ਜ਼ਿਕਰ ਕੀਤਾ? ਕੇਂਦਰੀ ਮੰਤਰੀਆਂ ਜੱਜਾਂ ਦੀ ਸਹੁੰ ਬਾਰੇ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਰਾਜ ਅਤੇ ਲੋਕ ਸਭਾ ਦੀਆਂ ਸੀਟਾਂ ਦਾ ਵਰਣਨ ਕਿਹੜੀ ਸੂਚੀ ਦੇ ਵਿੱਚ ਕੀਤਾ ਗਿਆ? 4 ਨੰਬਰ ਦੇ ਵਿੱਚ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਸੰਵਿਧਾਨ ਦੀ 5ਵੀਂ ਅਨੁਸੂਚੀ ਕਿਸ ਨਾਲ ਸੰਬੰਧਿਤ ਹੈ? ਅਨੁਸੂਚਿਤ ਖੇਤਰਾਂ ਦੇ ਸੰਬੰਧੀ, ਠੀਕ ਹੈ ਜੀ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, 6ਵੀਂ ਅਨੁਸੂਚੀ ਕਿਸ ਦੇ ਨਾਲ ਸੰਬੰਧਿਤ ਹੈ ਜੀ? 6ਵੀਂ ਅਨੁਸੂਚੀ ਦੇ ਵਿੱਚ ਆਸਾਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿਸ਼ੇਸ਼ ਪ੍ਰਬੰਧਾਂ ਨਾਲ ਸੰਬੰਧਿਤ ਹੈ ਜੀ। ਕਿਹੜੀ ਅਨੁਸੂਚੀ? 6ਵੀਂ। ਅਗਲਾ ਆ ਗਿਆ ਜੀ, ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਕਿਹੜੀ ਅਨੁਸੂਚੀ ਦੇ ਵਿੱਚ, ਕਿਹੜੀ ਅਨੁਸੂਚੀ ਦੁਆਰਾ ਕੀਤੀ ਗਈ? ਅਨੁਸੂਚੀ 7ਵੀਂ ਹੈ ਜੀ। ਅਤੇ ਅਗਲਾ ਆ ਗਿਆ 8ਵੀਂ ਅਨੁਸੂਚੀ, ਇਹ ਭਾਸ਼ਾਵਾਂ ਦੇ ਨਾਲ ਸੰਬੰਧਿਤ ਹੈ ਜੀ। ਅਗਲਾ ਕੁਐਸਚਨ, ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜੀ? 22 ਭਾਸ਼ਾਵਾਂ ਨੂੰ। ਅਗਲਾ ਕੁਐਸਚਨ ਹੈ ਜੀ, ਸੰਵਿਧਾਨ ਦੀ ਕਿਹੜੀ ਸੂਚੀ ਰਾਜ ਵਿਧਾਨ ਸਭਾ ਦੇ ਭੂਮੀ ਸੁਧਾਰਾਂ ਨਾਲ ਸੰਬੰਧਿਤ ਕਾਨੂੰਨਾਂ ਨਾਲ ਸੰਬੰਧਿਤ ਹੈ? ਠੀਕ ਹੈ ਜੀ। ਕਿਹੜੀ ਹੈ ਜੀ? 9ਵੀਂ ਅਨੁਸੂਚੀ, ਠੀਕ ਹੈ ਜੀ। ਜਿਹੜਾ ਮੌਲਿਕ ਇਹ ਅਧਿਕਾਰ ਸੀਗਾ ਪਹਿਲਾਂ ਇੱਕ, ਜਿਹੜਾ ਇਹ ਜ਼ਮੀਨ ਜਾਇਦਾਦ ਵਾਲਾ ਸੀਗਾ, ਉਹ ਹੁਣ ਉਸ ਤੋਂ ਬਾਅਦ ਇੱਕ ਸੋਧ ਰਾਹੀਂ 9ਵੀਂ ਅਨੁਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀਗਾ ਜੀ, ਭੂਮੀ ਸੁਧਾਰਾਂ ਵਾਲਾ। ਅਗਲਾ ਆ ਗਿਆ ਜੀ, 10ਵੀਂ ਅਨੁਸੂਚੀ ਨੂੰ ਕਿਹੜੀ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਹੈ ਜੀ? 52ਵੀਂ ਸੋਧ 1985, ਠੀਕ ਹੈ ਜੀ। ਔਰ 10ਵੀਂ ਅਨੁਸੂਚੀ ਸੰਬੰਧਿਤ ਕਿਹਦੇ ਨਾਲ ਹੈ ਜੀ? ਕਿਹਦੇ ਨਾਲ ਸੰਬੰਧਿਤ ਹੈ? ਦਲ ਬਦਲੀ ਨਾਲ, ਠੀਕ ਹੈ ਜੀ।
ਜਦੋਂ ਕੋਈ ਵੀ ਮੰਨ ਲਓ ਲੀਡਰ ਨੇਤਾ ਕਿਸੇ ਪਾਰਟੀ ਵੱਲੋਂ MLA ਜਾਂ MP ਜਿੱਤ ਜਾਂਦਾ ਸੀ, ਉਹ ਕਈ ਵਾਰੀ ਪਾਰਟੀ ਬਦਲ ਲੈਂਦੇ ਸੀ ਉਸ ਤੋਂ ਬਾਅਦ, ਜਿੱਤਣ ਤੋਂ ਬਾਅਦ, ਠੀਕ ਆ। ਫਿਰ ਇਹ ਕਾਨੂੰਨ ਲੈ ਕੇ ਆਂਦਾ ਦਲ ਬਦਲੀ ਵਾਲਾ ਵੀ ਉਹਦੀ ਮਾਨਤਾ ਰੱਦ ਕੀਤੀ ਜਾਊ, ਜਿਹੜਾ ਵੀ ਉਹਦਾ ਉਹਨੇ ਜਿੱਤਿਆ ਹੋ, ਠੀਕ ਆ ਨਾ, MLA ਵਗੈਰਾ ਜਿਹੜਾ ਵੀ ਉਹ ਬਣਿਆ ਉਹ ਰੱਦ ਕੀਤਾ ਜਾਊ। ਇਹ ਕਿਹੜੀ ਦਿਵਸ ਅਨੁਸੂਚੀ ਦੇ ਵਿੱਚ ਦੱਸਿਆ ਗਿਆ ਜੀ? 10ਵੀਂ ਅਨੁਸੂਚੀ ਦੇ ਵਿੱਚ। ਅਗਲਾ ਕੁਐਸਚਨ ਹੈ ਜੀ, 11ਵੀਂ ਅਨੁਸੂਚੀ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? 1993 ਦੇ ਵਿੱਚ ਕੀਤਾ ਗਿਆ ਜੀ। ਕਿਹਦੇ ਨਾਲ ਸੰਬੰਧਿਤ ਹੈ ਇਹ? ਪੰਚਾਇਤਾਂ ਦੇ ਨਾਲ, ਪੰਚਾਇਤੀ ਰਾਜ ਦੇ ਨਾਲ। ਅਗਲਾ ਆ ਗਿਆ ਜੀ, ਸਾਡੇ ਸੰਵਿਧਾਨ ਦਾ ਆਰੰਭ ਕਿਸ ਨਾਲ ਹੁੰਦਾ ਜੀ? ਪ੍ਰਸਤਾਵਨਾ ਨਾਲ। ਪ੍ਰਸਤਾਵਨਾ ਦੇ ਵਿੱਚ ਹੁਣ ਤੱਕ ਇੱਕ ਵਾਰੀ ਸੋਧ ਹੋਈ ਹੈ, ਠੀਕ ਹੈ ਜੀ। ਅੱਗੇ ਆ ਗਿਆ ਜੀ, ਪ੍ਰਸਤਾਵਨਾ ਦਾ ਵਿਚਾਰ ਕਿਸ ਦੁਆਰਾ ਦਿੱਤਾ ਗਿਆ ਸੀ? ਜਵਾਹਰ ਲਾਲ ਨਹਿਰੂ ਦੁਆਰਾ ਦਿੱਤਾ ਗਿਆ, ਠੀਕ ਹੈ ਜੀ। ਆਹ ਕੁਐਸਚਨ ਵੀ ਆ ਗਿਆ, ਪ੍ਰਸਤਾਵਨਾ ਨੂੰ ਕਿੰਨੀ ਵਾਰ ਸੋਧਿਆ ਗਿਆ? ਕਿੰਨੀ ਵਾਰ ਸੋਧ ਹੋਈ ਆ? ਇੱਕ ਵਾਰ। ਅਗਲਾ ਆ ਗਿਆ ਜੀ, 11ਵੀਂ ਅਨੁਸੂਚੀ ਕਿਸ ਨਾਲ ਸੰਬੰਧਿਤ ਹੈ? ਹੁਣੇ ਦੱਸ ਕੇ ਹਟਿਆ ਤੁਹਾਨੂੰ, ਪੰਚਾਇਤੀ ਰਾਜ ਨਾਲ। ਅਗਲਾ ਕੁਐਸਚਨ ਹੈ ਜੀ, 12ਵੀਂ ਅਨੁਸੂਚੀ ਦਾ ਸੰਬੰਧ ਕਿਹੜੇ ਵਿਸ਼ੇ ਦੇ ਨਾਲ ਹੈ ਜੀ? ਇਹਦਾ ਜੀ ਨਗਰ ਪਾਲਿਕਾਵਾਂ ਦੇ ਨਾਲ, ਠੀਕ ਹੈ ਜੀ। 11ਵੀਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਬਾਰੇ, 12ਵੀਂ ਅਨੁਸੂਚੀ ਦੇ ਵਿੱਚ ਸ਼ਹਿਰਾਂ ਦੀਆਂ ਨਗਰ ਪਾਲਿਕਾਵਾਂ ਦੇ ਬਾਰੇ। ਭਾਰਤੀ ਪ੍ਰਸਤਾਵਨਾ ਨੂੰ ਕਦੋਂ ਸੋਧਿਆ ਗਿਆ? ਇੱਕ ਵਾਰੀ ਸੋਧਿਆ ਗਿਆ, 42ਵੀਂ ਸੋਧ 1976। ਇਹਨੂੰ ਇੰਦਰਾ ਦਾ ਸੰਵਿਧਾਨ ਵੀ ਕਿਹਾ ਜਾਂਦਾ, 42ਵੀਂ ਸੋਧ ਨੂੰ, ਠੀਕ ਹੈ ਜੀ। ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ, ਲਘੂ ਸੰਵਿਧਾਨ, ਛੋਟਾ ਸੰਵਿਧਾਨ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਲਾਰਡ ਕਾਰਨਵਾਲਿਸ ਨੂੰ ਬੰਗਾਲ ਦਾ ਗਵਰਨਰ ਜਨਰਲ ਕਦੋਂ ਬਣਾਇਆ ਗਿਆ? 1786 ਦੇ ਵਿੱਚ। ਕਿਹੜੇ ਕਾਨੂੰਨ ਦੁਆਰਾ ਗਵਰਨਰ ਜਨਰਲ ਨੂੰ ਕਮਾਂਡਰ ਇਨ ਚੀਫ ਦਾ ਅਹੁਦਾ ਦਿੱਤਾ ਗਿਆ? 1786 ਦੇ ਕਾਨੂੰਨ ਰਾਹੀਂ, ਠੀਕ ਹੈ ਜੀ। ਸੋ ਆਪਾਂ ਫਾਸਟ ਡਿਸਕਸ ਕਰ ਰਹੇ ਹਾਂ ਕਿ ਘੱਟ ਸਮੇਂ ਦੇ ਵਿੱਚ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਤੁਹਾਡੇ ਪੇਪਰ ਦੇ ਵਿੱਚ ਵੀ। ਸੋ ਜਲਦੀ ਤੋਂ ਜਲਦੀ ਸਾਰੇ ਕੁਐਸਚਨ ਆਪਾਂ ਡਿਸਕਸ ਕਰ ਲਈਏ ਜੀ। 100 ਤੋਂ ਪਲੱਸ ਕੁਐਸਚਨ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਜੀ, ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ ਜੀ। ਅਗਲਾ ਕੁਐਸਚਨ ਹੈ ਜੀ, 1786 ਈਸਵੀ ਦੇ ਕਾਨੂੰਨ ਦੁਆਰਾ ਈਸਟ ਇੰਡੀਆ ਕੰਪਨੀ ਦੇ ਭਾਰਤ ਤੇ ਵਪਾਰਕ ਏਕ ਅਧਿਕਾਰਾਂ ਨੂੰ ਕਿੰਨੇ ਸਾਲ ਲਈ ਵਧਾ ਦਿੱਤਾ ਗਿਆ? 20 ਸਾਲ ਲਈ ਵਧਾ ਦਿੱਤਾ ਗਿਆ ਜੀ, ਠੀਕ ਹੈ। ਅਗਰ ਕੋਈ ਕੁਐਸਚਨ ਦੇ ਵਿੱਚ ਕੋਈ ਕਨਫਿਊਜ਼ਨ ਆ ਜਾਂ ਸਮਝ ਨਹੀਂ ਆਉਂਦਾ, ਵੀਡੀਓ ਨੂੰ ਪਾਊਜ਼ ਕਰਕੇ ਰੋਕ ਕੇ ਤੁਸੀਂ ਪੜ੍ਹ ਲੈਣਾ, ਮੈਂ ਥੋੜ੍ਹਾ ਜਿਹਾ ਫਾਸਟ ਚੱਲਾਂਗਾ। ਅਗਲਾ ਕੁਐਸਚਨ ਹੈ ਜੀ, ਕਿਹੜੇ ਐਕਟ ਦੁਆਰਾ ਈਸਟ ਇੰਡੀਆ ਕੰਪਨੀ ਦੇ ਵਪਾਰਕ ਏਕਾਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਜੀ? ਚਾਰਟਰ ਐਕਟ 1813, ਠੀਕ ਹੈ ਜੀ। ਜਿਹੜੇ ਨੇ ਵਪਾਰਕ ਏਕਾਧਿਕਾਰ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਚਾਰਟਰ ਐਕਟ 1813 ਰਾਹੀਂ। ਅਗਲਾ ਕੁਐਸਚਨ ਹੈ ਜੀ, ਚਾਰਟਰ ਐਕਟ 1813 ਈਸਵੀ ਦੇ ਐਕਟ ਦੁਆਰਾ ਕਿਹੜੀਆਂ ਚੀਜ਼ਾਂ ਦੇ ਵਪਾਰ ਲਈ ਈਸਟ ਇੰਡੀਆ ਕੰਪਨੀ ਦੇ ਏਕਾਧਿਕਾਰ ਨੂੰ ਕਾਇਮ ਰੱਖਿਆ ਜਾਵੇਗਾ? ਦੇਖੋ, ਬਾਕੀ ਅਧਿਕਾਰ ਤਾਂ ਖਤਮ ਕਰਤੇ ਵਪਾਰਕ, ਪਰ ਦੋ ਕਾਇਮ ਰੱਖੇ। ਕਿਹੜੇ? ਇੱਕ ਤਾਂ ਚਾਹ ਦਾ ਵਪਾਰ, ਠੀਕ ਹੈ। ਦੂਜਾ ਇਹ ਗੱਲ ਕਿ ਚੀਨ ਨਾਲ ਵਪਾਰ ਚੱਲੂਗਾ ਜੀ, ਓਕੇ। ਅਗਲਾ ਕੁਐਸਚਨ ਹੈ ਜੀ, ਚਾਰਟਰ ਐਕਟ 1813 ਈਸਵੀ ਦੁਆਰਾ ਕਿਸ ਨੂੰ ਭਾਰਤ ਵਿੱਚ ਧਰਮ ਪ੍ਰਚਾਰ ਦੀ ਆਗਿਆ ਦਿੱਤੀ ਗਈ? ਧਰਮ ਪ੍ਰਚਾਰ, ਸੌਰੀ ਇੱਥੇ ਵਰਡ ਮਿਸ ਹੈ ਇੱਕ ਜੀ। ਧਰਮ ਪ੍ਰਚਾਰ ਦੀ ਆਗਿਆ ਦਿੱਤੀ ਗਈ ਈਸਾਈ ਮਸ਼ੀਨਰੀਆਂ ਨੂੰ, ਠੀਕ ਹੈ ਜੀ। ਚਾਰਟਰ ਐਕਟ 1813 ਦੇ ਰਾਹੀਂ ਈਸਾਈ ਮਸ਼ੀਨਰੀਆਂ ਨੂੰ ਧਰਮ ਪ੍ਰਚਾਰ ਦੇ ਜਿਹੜੀ ਆਗਿਆ ਦਿੱਤੀ ਗਈ ਹੈ ਜੀ। ਅਗਲਾ ਕੁਐਸਚਨ ਹੈ ਜੀ, ਕਿਹੜੇ ਐਕਟ ਦੁਆਰਾ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ? ਦੇਖੋ, ਪਹਿਲਾਂ ਬੰਗਾਲ ਦਾ ਗਵਰਨਰ ਸੀ, ਫਿਰ ਗਵਰਨਰ ਜਨਰਲ ਬਣਾਇਆ ਗਿਆ, ਫਿਰ ਉਸ ਤੋਂ ਬਾਅਦ ਉਹਨੂੰ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਚਾਰਟਰ ਐਕਟ 1833, ਬਹੁਤ ਇੰਪੋਰਟੈਂਟ ਸਵਾਲ ਹੈ, ਠੀਕ ਹੈ ਜੀ। ਭਾਰਤ ਦਾ ਪਹਿਲਾ ਗਵਰਨਰ ਜਨਰਲ ਕਿਹਨੂੰ ਬਣਾਇਆ ਗਿਆ ਜੀ? ਵਿਲੀਅਮ ਬੈਂਟਿਕ ਨੂੰ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਚਾਰਟਰ ਐਕਟ 1833 ਈਸਵੀ ਦੁਆਰਾ ਕਿਸ ਕੋਲੋਂ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਵਾਪਸ ਲੈ ਲਈਆਂ? ਮਦਰਾਸ ਅਤੇ ਬੰਬਈ ਦੇ ਗਵਰਨਰਾਂ ਤੋਂ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਕਿਹੜੇ ਐਕਟ ਰਾਹੀਂ ਈਸਟ ਇੰਡੀਆ ਕੰਪਨੀ ਦੀਆਂ ਵਪਾਰਕ ਕੰਪਨੀ ਦੇ ਚਾਰਟਰ ਐਕਟ 1833 ਈਸਵੀ ਰੂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਖਤਮ ਕਰ ਦਿੱਤਾ ਗਿਆ? ਇੱਥੋਂ ਇਹ ਥੋੜ੍ਹਾ ਜਿਹਾ ਹੋ ਗਿਆ, ਮਿਸਟੇਕ ਹੋਈ ਵੀ ਹੈ। ਦੁਬਾਰਾ ਸਵਾਲ ਪੜ੍ਹਦੇ ਹਾਂ। ਕਿਹੜੇ ਐਕਟ ਰਾਹੀਂ ਈਸਟ ਇੰਡੀਆ ਕੰਪਨੀ ਦੀਆਂ ਵਪਾਰਕ ਕੰਪਨੀ ਦੇ ਰੂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਖਤਮ ਕਰ ਦਿੱਤਾ ਗਿਆ? ਇਹ ਵੀ ਚਾਰਟਰ ਐਕਟ 1833 ਰਾਹੀਂ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਕਿਹੜੇ ਐਕਟ ਦੁਆਰਾ ਭਾਰਤੀ ਨਾਗਰਿਕਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਬੈਠਣ ਦੀ ਆਗਿਆ ਦਿੱਤੀ ਗਈ? ਕਿਹੜਾ ਐਕਟ ਹੈ ਜੀ ਉਹ? ਚਾਰਟਰ ਐਕਟ
1853। ਅੰਤਮ ਚਾਰਟਰ ਐਕਟ ਕਿਹੜਾ ਸੀ? ਇਹੀ ਸੀਗਾ ਜੀ, ਚਾਰਟਰ ਐਕਟ 1853। ਅਗਲਾ ਕੁਐਸਚਨ ਹੈ ਜੀ, ਚਾਰਟਰ ਐਕਟ 1853 ਈਸਵੀ ਦੇ ਐਕਟ ਰਾਹੀਂ ਗਵਰਨਰ ਜਨਰਲ ਦੀ ਕੌਂਸਲ ਵਿੱਚ ਹੋਰ ਕਿੰਨੇ ਮੈਂਬਰ ਜੋੜੇ ਗਏ? 6 ਮੈਂਬਰ ਜੋੜੇ ਗਏ ਜੀ। ਅਗਲਾ ਕੁਐਸਚਨ ਹੈ ਜੀ, ਕਿਹੜੇ ਕਾਨੂੰਨ ਦੁਆਰਾ ਭਾਰਤ ਦਾ ਸ਼ਾਸਨ ਸਿੱਧਾ ਮਹਾਰਾਣੀ ਵਿਕਟੋਰੀਆ ਦੇ ਅਧੀਨ ਕਰ ਦਿੱਤਾ ਗਿਆ? ਭਾਰਤ ਸਰਕਾਰ ਕਾਨੂੰਨ 1858। ਜਦੋਂ 1857 ਦੀ ਕ੍ਰਾਂਤੀ ਹੋਈ ਉਦੋਂ ਫਿਰ ਇਹਨਾਂ ਨੂੰ ਮੌਕਾ ਮਿਲ ਗਿਆ ਵੀ ਸ਼ਾਸਨ ਆ, ਜਿਹੜਾ ਸ਼ਾਸਨ ਪ੍ਰਬੰਧ ਆ, ਇਹ ਈਸਟ ਇੰਡੀਆ ਕੰਪਨੀ ਤੋਂ ਖੋਹ ਲਿਆ ਜਾਵੇ, ਕਿਉਂਕਿ ਵਿਦਰੋਹ ਸ਼ੁਰੂ ਹੋ ਗਏ ਜਦੋਂ 1857 ਈਸਵੀ ਦੀ ਕ੍ਰਾਂਤੀ ਹੋ ਗਈ ਸੀ ਕਿ ਤੁਹਾਡੇ ਤੋਂ ਹੁਣ ਸੰਭਾਲਿਆ ਨਹੀਂ ਜਾਣਾ, ਠੀਕ ਹੈ ਨਾ, ਹੁਣ ਸਿਸਟਮ ਵਿਗੜ ਗਿਆ, ਸ਼ਾਸਨ ਪ੍ਰਬੰਧ ਹੁਣ ਤੁਹਾਡੇ ਤੋਂ ਸੰਭਲਣਾ ਨਹੀਂ। ਫਿਰ ਮੌਕਾ ਦੇਖਦੇ ਹੋਏ ਇਹਨਾਂ ਨੇ ਸ਼ਾਸਨ ਪ੍ਰਬੰਧ ਉਹਨਾਂ ਦੇ ਹੱਥ 'ਚੋਂ ਖੋਹ ਕੇ ਸਿੱਧਾ ਮਹਾਰਾਣੀ ਵਿਕਟੋਰੀਆ ਦੇ ਅਧੀਨ ਕਰਤਾ। ਕਿਹੜੇ ਕਾਨੂੰਨ ਰਾਹੀਂ? ਭਾਰਤ ਸਰਕਾਰ ਕਾਨੂੰਨ 1858। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਭਾਰਤ ਸਰਕਾਰ ਕਾਨੂੰਨ 1858 ਦੁਆਰਾ ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਖਤਮ ਕਰਕੇ ਕਿਹੜੇ ਅਹੁਦੇ ਦਾ ਨਿਰਮਾਣ ਕੀਤਾ? ਵਾਇਸਰਾਏ ਦਾ। 1858 ਤੋਂ ਬਾਅਦ ਜਿਹੜਾ ਵੀ ਬਣੂਗਾ ਉਹ ਵਾਇਸਰਾਏ ਬਣੂਗਾ। ਠੀਕ ਹੈ ਜੀ। ਇਸ ਤੋਂ ਪਹਿਲਾਂ ਕੀ ਚੱਲਦਾ ਸੀ? ਗਵਰਨਰ ਜਨਰਲ। ਅੱਗੇ ਆ ਗਿਆ ਜੀ, ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਸੀਗਾ? ਭਾਰਤ ਦਾ ਆਖਰੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ। ਠੀਕ ਹੈ ਜੀ। ਅਗਲਾ ਆ ਗਿਆ ਜੀ, ਭਾਰਤ ਦਾ ਪਹਿਲਾ ਵਾਇਸਰਾਏ ਕਿਸ ਨੂੰ ਬਣਾਇਆ ਗਿਆ? ਪਹਿਲਾ ਵਾਇਸਰਾਏ ਬਣਾਇਆ ਗਿਆ ਸੀਗਾ ਜੀ ਲਾਰਡ ਕੈਨਿੰਗ ਨੂੰ। ਅਗਲਾ ਕੁਐਸਚਨ ਹੈ, ਭਾਰਤ ਸਰਕਾਰ ਕਾਨੂੰਨ 1858 ਦੁਆਰਾ ਕਿਹੜੀਆਂ 2 ਸੰਸਥਾਵਾਂ ਨੂੰ ਖਤਮ ਕਰ ਦਿੱਤਾ ਗਿਆ? 1858। ਠੀਕ ਹੈ। ਭਾਰਤ ਸਰਕਾਰ ਕਾਨੂੰਨ 1858 ਦੁਆਰਾ ਬੋਰਡ ਆਫ ਕੰਟਰੋਲ ਅਤੇ ਕੋਰਟ ਆਫ ਡਾਇਰੈਕਟਰਜ਼ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਜੀ 1858 ਦੇ ਭਾਰਤ ਸਰਕਾਰ ਕਾਨੂੰਨ ਦੁਆਰਾ। ਅਗਲਾ ਕੁਐਸਚਨ ਹੈ ਜੀ, ਭਾਰਤ ਸਰਕਾਰ ਕਾਨੂੰਨ ਦੁਆਰਾ ਬ੍ਰਿਟਿਸ਼ ਸ਼ਾਸਨ ਤੇ ਭਾਰਤ ਦੇ ਸ਼ਾਸਨ ਪ੍ਰਬੰਧ ਦੀ ਸਾਰੀ ਸ਼ਕਤੀ ਕਿਸ ਨੂੰ ਦਿੱਤੀ ਗਈ ਸੀਗੀ? ਸੈਕਟਰੀ ਆਫ ਸਟੇਟ। ਅੱਛਾ, ਇਹ ਸੈਕਟਰੀ ਆਫ ਸਟੇਟ ਸੀਗਾ ਜਿਹੜਾ ਕਿਹਨੂੰ ਜਵਾਬਦੇਹ ਸੀਗਾ ਜੀ? ਇਹ ਬ੍ਰਿਟਿਸ਼ ਕੈਬਨਿਟ ਨੂੰ। ਅਗਲਾ ਕੁਐਸਚਨ ਹੈ ਜੀ, ਸੈਕਟਰੀ ਆਫ ਸਟੇਟ ਦੀ ਸਹਾਇਤਾ ਲਈ ਕਿੰਨੇ ਮੈਂਬਰਾਂ ਦੀ ਕੌਂਸਲ ਬਣਾਈ ਗਈ ਸੀ? 15 ਮੈਂਬਰਾਂ ਦੀ ਜੀ। ਠੀਕ ਹੈ ਜੀ। 15 ਮੈਂਬਰ ਬਣਾਏ ਗਏ ਸੀ ਸੈਕਟਰੀ ਆਫ ਸਟੇਟ ਦੀ ਸਹਾਇਤਾ ਲਈ। ਅਗਲਾ ਕੁਐਸਚਨ ਹੈ ਜੀ, 15 ਮੈਂਬਰੀ ਕੌਂਸਲ ਨੂੰ ਕੀ ਨਾਂ ਦਿੱਤਾ ਗਿਆ? ਐਡਵਾਈਜ਼ਰੀ ਕੌਂਸਲ। ਕਿਹੜੀ ਸੀ ਇਹ ਐਡਵਾਈਜ਼ਰੀ ਕੌਂਸਲ? ਤੁਹਾਨੂੰ ਦੱਸਿਆ ਨਾ ਵੀ ਇਹਨੂੰ ਸਲਾਹ ਦਿੰਦੀ ਸੀ, ਇਹਦੀ ਸਹਾਇਤਾ ਲਈ ਬਣਾਉਂਦੀ ਐਡਵਾਈਜ਼ਰੀ ਕੌਂਸਲ। ਕਿਹਨੂੰ ਸਲਾਹ ਦਿੰਦੀ ਸੀ? ਕਿਹਦੀ ਹੈਲਪ ਲਈ ਬਣਾਈ ਗਈ ਸੀ? ਸੈਕਟਰੀ ਆਫ ਸਟੇਟ ਦੀ। ਅਗਲਾ ਜੀ, 1858 ਦੇ ਕਾਨੂੰਨ ਦਾ ਮੁੱਖ ਮਕਸਦ ਕੀ ਸੀ? ਕੀ ਮੁੱਖ ਜੀ? ਪ੍ਰਸ਼ਾਸਨਿਕ ਮਸ਼ੀਨਰੀ ਵਿੱਚ ਸੁਧਾਰ। ਇਹਨਾਂ ਨੇ ਕਿਹਾ ਨਾ ਵੀ ਕੰਪਨੀ ਨੂੰ ਕਿ ਤੁਹਾਡੇ ਤੋਂ ਪ੍ਰਸ਼ਾਸਨਿਕ ਮਸ਼ੀਨਰੀ ਜਿਹੜੀ ਸੰਭਾਲੀ ਨਹੀਂ ਜਾ ਰਹੀ, ਜਿਹੜਾ ਸ਼ਾਸਨ ਪ੍ਰਬੰਧ ਆ ਉਹ ਵਿਗੜ ਚੁੱਕਿਆ, ਇਸ ਕਰਕੇ ਸਿੱਧਾ ਮਹਾਰਾਣੀ ਦੇ ਹੱਥਾਂ 'ਚ ਇਹਨਾਂ ਨੇ ਇਹਨੂੰ ਦੇ ਦਿੱਤਾ ਸੀਗਾ। ਅਗਲਾ ਕੁਐਸਚਨ ਹੈ ਜੀ, ਭਾਰਤ ਦੇ ਪ੍ਰਸ਼ਾਸਨਿਕ ਪ੍ਰਬੰਧ ਵਿੱਚ ਭਾਰਤੀਆਂ ਦਾ ਸਹਿਯੋਗ ਲੈਣ ਲਈ ਬਣਾਇਆ ਗਿਆ ਪਹਿਲਾ ਕਾਨੂੰਨ ਕਿਹੜਾ ਸੀ? ਭਾਰਤੀਆਂ ਦਾ ਸਹਿਯੋਗ ਲੈਣ ਲਈ ਬਣਾਇਆ ਗਿਆ ਇੰਡੀਅਨ ਕੌਂਸਲ ਐਕਟ 1861। ਠੀਕ ਹੈ ਜੀ। ਭਾਰਤ ਦੇ ਪ੍ਰਸ਼ਾਸਨਿਕ ਪ੍ਰਬੰਧ ਦੇ ਵਿੱਚ ਸੁਧਾਰ ਲੈ ਕੇ ਆਉਣ ਲਈ ਅਤੇ ਭਾਰਤੀਆਂ ਦਾ ਸਹਿਯੋਗ ਲੈਣਾ ਜ਼ਰੂਰੀ ਸੀ, ਕਿਉਂਕਿ ਭਾਰਤ ਦੇ ਵਿੱਚ ਹੀ ਸੀਗੇ ਅੰਗਰੇਜ਼, ਅਤੇ ਭਾਰਤੀਆਂ ਦਾ ਸਹਿਯੋਗ ਲੈਣਾ ਜ਼ਰੂਰੀ ਸੀ, ਅਤੇ ਇੰਡੀਅਨ ਕੌਂਸਲ ਆਫ ਐਕਟ 1861 ਉਹਨਾਂ ਨੇ ਬਣਾ ਲਿਆ। ਅਗਲਾ ਕੁਐਸਚਨ ਹੈ ਜੀ, 1862 ਈਸਵੀ ਲਾਰਡ ਕੈਨਿੰਗ ਨੇ ਕਿਹੜੇ 3 ਭਾਰਤੀਆਂ ਨੂੰ ਵਿਧਾਨ ਪਰਿਸ਼ਦ ਦਾ ਮੈਂਬਰ ਬਣਾਇਆ? ਇੰਪੋਰਟੈਂਟ ਸਵਾਲ ਨੇ, ਦੇਖ ਰਹੇ ਹੋ ਨਾ ਤੁਸੀਂ, ਸਾਰੇ ਇੰਪੋਰਟੈਂਟ ਸਵਾਲ ਡਿਸਕਸ ਕਰ ਰਹੇ ਹਾਂ ਆਪਾਂ ਇਸ ਵੀਡੀਓ ਦੇ ਵਿੱਚ। ਬਨਾਰਸ ਦੇ ਰਾਜਾ ਨੂੰ, ਪਟਿਆਲੇ ਦੇ ਮਹਾਰਾਜਾ ਨੂੰ, ਅਤੇ ਸਰ ਦਿਨਕਰ ਰਾਓ ਨੂੰ। ਠੀਕ ਹੈ ਜੀ। ਸਰ ਦਿਨਕਰ ਰਾਓ ਨੂੰ, ਇਹ ਤਿੰਨਾਂ ਬੰਦਿਆਂ ਨੂੰ ਲਾਰਡ ਕੈਨਿੰਗ ਨੇ 1862 ਈਸਵੀ ਵਿੱਚ ਵਿਧਾਨ ਪਰਿਸ਼ਦ ਦਾ ਮੈਂਬਰ ਬਣਾਇਆ ਸੀ। ਅਗਲਾ ਕੁਐਸਚਨ ਹੈ ਜੀ, ਕਿਹੜੇ 3 ਰਾਜਾਂ ਵਿੱਚ ਵਿਧਾਨ ਪਰਿਸ਼ਦਾਂ ਦਾ ਨਿਰਮਾਣ ਕੀਤਾ ਗਿਆ ਸੀ ਉਦੋਂ? ਬੰਗਾਲ, ਉੱਤਰੀ ਪੱਛਮੀ ਸੀਮਾ ਪ੍ਰਾਂਤ ਅਤੇ ਪੰਜਾਬ। ਕਿਹੜੇ ਕਾਨੂੰਨ ਦੁਆਰਾ ਵਾਇਸਰਾਏ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਸੀ? ਇੰਡੀਅਨ ਕੌਂਸਲ ਐਕਟ 1862 ਰਾਹੀਂ ਵਾਇਸਰਾਏ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ, ਇੰਡੀਅਨ ਕੌਂਸਲ ਐਕਟ 1862। ਅਗਲਾ ਕੁਐਸਚਨ ਹੈ ਜੀ, ਵਾਇਸਰਾਏ ਦੁਆਰਾ ਜਾਰੀ ਕੀਤਾ ਆਰਡੀਨੈਂਸ ਕਿੰਨੇ ਸਮੇਂ ਲਈ ਜਾਰੀ ਰਹਿ ਸਕਦਾ ਜੀ? ਸਿਰਫ 6 ਮਹੀਨੇ ਲਈ ਜਾਰੀ ਰਹਿੰਦਾ ਸੀਗਾ ਜੀ। ਕਿਹਦੇ ਦੁਆਰਾ ਜਾਰੀ ਕੀਤਾ ਜਾਂਦਾ ਸੀ? ਵਾਇਸਰਾਏ ਦੁਆਰਾ ਆਰਡੀਨੈਂਸ ਜਾਰੀ ਕੀਤਾ ਜਾਂਦਾ ਸੀ, 6 ਮਹੀਨੇ ਲਈ ਜਾਰੀ ਰਹਿੰਦਾ ਸੀ। ਅਗਲਾ ਕੁਐਸਚਨ ਹੈ ਜੀ,
ਭਾਰਤ ਵਿੱਚ ਕਿਉਂ ਆਏ ਸੀਗੇ ਅੰਗਰੇਜ਼, ਕਿਉਂ ਆਏ ਸੀਗੇ ਜੀ? ਵਪਾਰ ਕਰਨ ਦੇ ਲਈ ਆਏ ਸੀ। ਅਗਲਾ ਕੁਐਸਚਨ ਹੈ ਜੀ, ਈਸਟ ਇੰਡੀਆ ਕੰਪਨੀ ਨੇ ਪਹਿਲੀ ਵਾਰ ਰਾਜਨੀਤਿਕ ਸ਼ਕਤੀ ਕਦੋਂ ਪ੍ਰਾਪਤ ਕੀਤੀ? 1765 ਦੇ ਵਿੱਚ ਪਹਿਲੀ ਵਾਰ ਈਸਟ ਇੰਡੀਆ ਕੰਪਨੀ ਨੇ। ਹੁਣ ਕਮੈਂਟ ਕਰਕੇ ਤੁਸੀਂ ਦੱਸੋਗੇ ਕਿ ਈਸਟ ਇੰਡੀਆ ਕੰਪਨੀ ਭਾਰਤ ਕਦੋਂ ਆਈ। ਠੀਕ ਹੈ ਨਾ, ਇਹ ਵੀ ਇੰਪੋਰਟੈਂਟ ਸਵਾਲ ਆ, ਬਹੁਤ ਵਾਰ ਆ ਚੁੱਕਿਆ। ਈਸਟ ਇੰਡੀਆ ਕੰਪਨੀ ਭਾਰਤ ਕਦੋਂ ਆਈ, ਇਹ ਤੁਸੀਂ ਦੱਸੋਗੇ। ਅਗਲਾ ਕੁਐਸਚਨ ਹੈ ਜੀ, ਈਸਟ ਇੰਡੀਆ ਕੰਪਨੀ ਨੇ ਰਾਜਨੀਤਿਕ ਸ਼ਕਤੀ ਕਿਹੜੀਆਂ ਲੜਾਈਆਂ ਤੋਂ ਬਾਅਦ ਪ੍ਰਾਪਤ ਕੀਤੀ? ਪਲਾਸੀ ਅਤੇ ਬਕਸਰ ਤੋਂ। ਠੀਕ ਹੈ ਜੀ, ਪਲਾਸੀ ਅਤੇ ਬਕਸਰ ਦੀ ਕਦੋਂ ਹੋਈ? 1757 ਪਲਾਸੀ ਦੀ ਲੜਾਈ ਹੋਈ। ਬਕਸਰ ਦੀ ਕਦੋਂ ਹੋਈ? 1764 ਦੇ ਵਿੱਚ। ਅਗਲਾ ਕੁਐਸਚਨ ਹੈ ਜੀ, ਈਸਟ ਇੰਡੀਆ ਕੰਪਨੀ ਨੂੰ ਨਿਯਮਤ ਰਾਜਨੀਤਿਕ ਸ਼ਕਤੀ ਕਿਹੜੇ ਕਾਨੂੰਨ ਦੁਆਰਾ ਪ੍ਰਾਪਤ ਹੋਈ? ਨਿਯਮਤ ਜਿਹੜੀ ਰਾਜਨੀਤਿਕ ਸ਼ਕਤੀ ਇਹਨਾਂ ਨੂੰ ਪ੍ਰਾਪਤ ਹੋਈ ਉਹ 1773 ਦੇ ਰੈਗੂਲੇਟਿੰਗ ਐਕਟ ਰਾਹੀਂ ਹੋਈ। ਠੀਕ ਹੈ ਜੀ, ਨਿਯਮਤ ਪੁੱਛਿਆ ਜਦੋਂ, ਇਹ ਧਿਆਨ ਰੱਖਣਾ। ਕੁਐਸਚਨ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਵਰਡ ਐਡ ਕਰਨ ਦੇ ਨਾਲ ਹੀ ਕੁਐਸਚਨ ਦੇ ਅਰਥ ਬਦਲ ਜਾਂਦੇ ਨੇ। ਠੀਕ ਹੈ ਨਾ, ਅਤੇ ਉਹਦਾ ਜਵਾਬ ਵੀ ਬਦਲਣਾ ਹੀ ਬਦਲਣਾ। ਫਿਰ ਈਸਟ ਇੰਡੀਆ ਕੰਪਨੀ ਨੇ ਰਾਜਨੀਤਿਕ ਸ਼ਕਤੀਆਂ ਦੀ ਵਰਤੋਂ ਕਦੋਂ ਕੀਤੀ? ਕਦੋਂ ਕੀਤੀ? 1858 ਦੇ ਵਿੱਚ, 58 ਤੱਕ। ਠੀਕ ਹੈ, ਕਦੋਂ ਤੱਕ ਕੀਤੀ ਇਹਨਾਂ ਨੇ? ਪੁੱਛਿਆ ਵੀ 1858 ਤੱਕ ਕੀਤੀ, ਕਿਉਂਕਿ 58 ਦੇ ਵਿੱਚ ਤਾਂ ਫਿਰ ਸਿੱਧਾ ਮਹਾਰਾਣੀ ਵਿਕਟੋਰੀਆ ਦੇ ਅਧੀਨ ਹੀ ਹੋ ਗਿਆ ਨਾ ਸ਼ਾਸਨ। 1858 ਤੱਕ ਕੀਤੀ। 1773 ਵਿੱਚ ਬੰਗਾਲ ਦੇ ਗਵਰਨਰ ਨੂੰ ਕਿਹੜਾ ਅਹੁਦਾ ਦਿੱਤਾ ਗਿਆ? ਗਵਰਨਰ ਜਨਰਲ ਦਾ ਅਹੁਦਾ ਦਿੱਤਾ ਗਿਆ ਬੰਗਾਲ ਦੇ ਗਵਰਨਰ ਨੂੰ। ਪਹਿਲਾਂ ਗਵਰਨਰ ਹੀ ਕਹਿੰਦੇ ਸੀ ਗੱਲਾਂ। ਠੀਕ ਹੈ ਜੀ, ਅਤੇ ਬੰਗਾਲ ਦਾ ਗਵਰਨਰ ਜਨਰਲ ਕਿਸ ਨੂੰ ਬਣਾਇਆ ਗਿਆ? ਵਾਰਨ ਹੇਸਟਿੰਗ। ਠੀਕ ਹੈ, ਬੰਗਾਲ ਦਾ ਗਵਰਨਰ, ਇਹ ਯਾਦ ਰੱਖਣਾ। ਜੇ ਭਾਰਤ ਦਾ ਗਵਰਨਰ ਜਨਰਲ ਪੁੱਛਿਆ ਜਾਊਗਾ ਤਾਂ ਪਹਿਲਾਂ ਦੱਸੇ ਕਿ ਹਟਿਆ ਮੈਂ ਕੌਣ ਸੀ। ਠੀਕ ਹੈ, ਕਮੈਂਟ ਕਰਕੇ ਦੱਸਿਓ ਕੌਣ ਭਾਰਤ ਦਾ ਪਹਿਲਾ ਗਵਰਨਰ ਜਨਰਲ ਕਿਹਨੂੰ ਬਣਾਇਆ ਗਿਆ ਸੀ? ਇਹ ਬੰਗਾਲ ਦਾ ਗਵਰਨਰ ਜਨਰਲ ਆ, ਵਾਰਨ ਹੇਸਟਿੰਗ। ਠੀਕ ਹੈ ਨਾ, ਸਵਾਲ ਨੂੰ ਧਿਆਨ ਨਾਲ ਪੜ੍ਹਨਾ, ਕਨਫਿਊਜ਼ ਨਹੀਂ ਹੋਣਾ। ਅਗਲਾ ਕੁਐਸਚਨ ਹੈ ਜੀ, ਗਵਰਨਰ ਜਨਰਲ ਦੀ ਸਹਾਇਤਾ ਲਈ ਕਿੰਨੇ ਮੈਂਬਰਾਂ ਦੀ ਕੌਂਸਲ ਬਣਾਈ ਗਈ ਸੀ? 4 ਮੈਂਬਰਾਂ ਦੀ ਜੀ। ਠੀਕ ਹੈ ਜੀ, ਅਗਲਾ ਜੀ, ਸਰਵਉੱਚ ਅਦਾਲਤ ਦੀ ਸਥਾਪਨਾ ਕਦੋਂ ਕੀਤੀ ਗਈ? 1774 ਵਿੱਚ ਕੀਤੀ ਗਈ। ਪਹਿਲਾਂ ਪਿਛਲੀ ਵੀਡੀਓ ਵਿੱਚ ਵੀ ਆਪਾਂ ਡਿਸਕਸ ਕੀਤਾ ਸੀ। ਰੈਗੂਲੇਟਿੰਗ ਐਕਟ ਜ਼ਰੂਰ 1773 ਦੇ ਅਧੀਨ ਸੀ। ਠੀਕ ਹੈ ਨਾ, ਰੈਗੂਲੇਟਿੰਗ ਐਕਟ 1773 ਦੇ ਅਧੀਨ, ਪਰ ਸਥਾਪਨਾ ਕੀਤੀ ਗਈ ਸੀ 1774 ਵਿੱਚ। ਜੇ ਸਿੱਧਾ ਸਾਲ ਪੁੱਛਿਆ ਤਾਂ 1774 ਜਵਾਬ ਦੇਣਾ। ਜੇ ਪੁੱਛਿਆ ਵੀ ਕਿਹੜੇ ਐਕਟ ਅਧੀਨ, ਤਾਂ 1773 ਵਾਲੇ ਰੈਗੂਲੇਟਿੰਗ ਐਕਟ ਦੇ ਅਧੀਨ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਜੀ, ਸਰਵਉੱਚ ਦੀ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ ਸੀਗੀ ਜੀ? ਕਲਕੱਤਾ ਦੇ ਵਿੱਚ। ਕਿੰਨੇ ਜੱਜ ਸੀਗੇ ਸਰਵਉੱਚ ਅਦਾਲਤ 'ਚ ਉਦੋਂ? 1 ਅਤੇ 3। ਠੀਕ ਹੈ ਜੀ, 1 ਮੁੱਖ ਜੱਜ, 3 ਹੋਰ। ਅਤੇ ਅਗਲਾ ਆ ਗਿਆ ਜੀ, 1773 ਦੇ ਐਕਟ ਦੁਆਰਾ ਕੰਪਨੀ ਦੇ ਕਰਮਚਾਰੀਆਂ 'ਤੇ ਕਿਹੜੀਆਂ ਪਾਬੰਦੀਆਂ ਲਾਈਆਂ ਗਈਆਂ? ਇੱਕ ਤਾਂ ਉਹ ਨਿੱਜੀ ਵਪਾਰ ਨਹੀਂ ਸੀ ਕਰ ਸਕਦੇ, ਅਤੇ ਭਾਰਤੀ ਲੋਕਾਂ ਤੋਂ ਤੋਹਫੇ ਨਹੀਂ ਸੀ ਲੈ ਸਕਦੇ। ਠੀਕ ਹੈ ਜੀ, 1773 ਦੇ ਐਕਟ ਦੁਆਰਾ ਕੰਪਨੀ ਦੇ ਕਰਮਚਾਰੀਆਂ 'ਤੇ ਪਾਬੰਦੀਆਂ ਲੱਗੀਆਂ ਸੀ। ਹੋਰਨਾਂ ਵੀ ਭਾਰਤੀਆਂ ਫੜ ਤੁਸੀਂ ਡੱਬੇ, ਮਹਿੰਗੀਆਂ ਚੀਜ਼ਾਂ ਜਾਂ ਹੋਰ ਹੈ ਨਾ ਤੁਸੀਂ ਲਈ ਜਾਓ ਤੋਹਫੇ, ਇਹ ਭਾਰਤੀਆਂ ਤੋਂ ਲੈਣ ਤੋਂ ਮਨਾ ਕਰਤਾ ਸੀ, ਅਤੇ ਨਿੱਜੀ ਵਪਾਰ ਨਹੀਂ ਸੀ ਕਰ ਸਕਦੇ ਉਹ। ਅਗਲਾ ਆ ਗਿਆ ਜੀ, ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਬ੍ਰਿਟਿਸ਼ ਸੰਸਦ ਨੇ ਕਿਹੜਾ ਕਾਨੂੰਨ ਬਣਾਇਆ? 1781 ਦਾ ਕਾਨੂੰਨ ਪਾਸ ਕੀਤਾ ਜੀ, 1773 ਵਾਲੇ ਰੈਗੂਲੇਟਿੰਗ ਐਕਟ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਜੀ, 1781 ਈਸਵੀ ਦੇ ਕਾਨੂੰਨ ਨੂੰ ਹਰ ਕਿਸ ਨਾਂ ਨਾਲ ਜਾਣਿਆ ਜਾਂਦਾ? ਇੱਥੇ ਵੀ ਥੋੜ੍ਹੀ ਜਿਹੀ ਮਿਸਟੇਕ ਹੋ ਗਈ। ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਇਹਨੂੰ ਜਾਣਿਆ ਜਾਂਦਾ ਜੀ ਸੈਟਲਮੈਂਟ ਐਕਟ। ਠੀਕ ਹੈ ਜੀ, ਅਤੇ ਅਗਲਾ ਕੁਐਸਚਨ ਹੈ ਜੀ, 1781 ਦੇ ਕਾਨੂੰਨ ਦੁਆਰਾ ਕਿਹੜੇ ਮਾਮਲਿਆਂ ਨੂੰ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਕੱਢ ਲਿਆ ਗਿਆ? ਸਰਵਉੱਚ ਮਾਲ ਵਿਭਾਗ ਨਾਲ ਸੰਬੰਧਿਤ ਮਾਮਲੇ ਸੀਗੇ ਜਿਹੜੇ। ਅਗਲਾ ਕੁਐਸਚਨ ਹੈ, 1781 ਈਸਵੀ ਦੇ ਕਾਨੂੰਨ ਤਹਿਤ ਪ੍ਰਾਂਤੀ ਅਦਾਲਤਾਂ ਦੇ ਫੈਸਲਿਆਂ ਖਿਲਾਫ ਕਿਸ ਕੋਲ ਅਪੀਲ ਕੀਤੀ ਜਾ ਸਕਦੀ? ਗਵਰਨਰ ਜਨਰਲ ਕੋਲ। ਠੀਕ ਹੈ ਜੀ, ਅਗਲਾ ਆ ਗਿਆ ਜੀ, 1781 ਦੇ ਕਾਨੂੰਨ ਦੁਆਰਾ ਵਿਧਾਨਕ ਸ਼ਕਤੀਆਂ ਕਿਹਨੂੰ ਦਿੱਤੀਆਂ ਗਈਆਂ ਜੀ? ਗਵਰਨਰ ਜਨਰਲ ਨੂੰ। ਅਗਲਾ ਆ ਗਿਆ ਜੀ, ਈਸਟ ਇੰਡੀਆ ਕੰਪਨੀ ਦੇ ਰਾਜਨੀਤਿਕ ਅਤੇ ਵਪਾਰਕ ਕੰਮਾਂ ਨੂੰ ਕਿਸ ਕਾਨੂੰਨ ਦੁਆਰਾ ਵੱਖ ਕੀਤਾ ਗਿਆ ਸੀ?
ਪੀਟਸ ਇੰਡੀਆ ਐਕਟ। ਰਾਜਨੀਤਿਕ ਤੇ ਵਪਾਰਕ ਕੰਮਾਂ ਨੂੰ ਵੱਖ ਕਰਤਾ ਕਿਹੜੇ ਐਕਟ ਰਾਹੀਂ? ਪੀਟਸ ਇੰਡੀਆ ਐਕਟ ਦੁਆਰਾ। ਠੀਕ ਹੈ, ਪਿਟਸ ਇੰਡੀਆ ਐਕਟ। ਪਿਟਸ ਇੰਡੀਆ ਐਕਟ ਕਦੋਂ ਆਇਆ ਜੀ? 1784 ਦੇ ਵਿੱਚ। ਅਗਲਾ ਕੁਐਸਚਨ ਹੈ ਜੀ, ਪੀਟਸ ਇੰਡੀਆ ਐਕਟ ਦੁਆਰਾ ਈਸਟ ਇੰਡੀਆ ਕੰਪਨੀ ਦੇ ਵਪਾਰਕ ਕੰਮਾਂ ਦੀ ਨਿਗਰਾਨੀ ਕੌਣ ਰੱਖਦਾ ਸੀਗਾ ਜੀ? ਪੀਟਸ ਇੰਡੀਆ ਐਕਟ ਦੁਆਰਾ ਈਸਟ ਇੰਡੀਆ ਕੰਪਨੀ ਦੇ ਵਪਾਰਕ ਕੰਮਾਂ ਦੀ ਨਿਗਰਾਨੀ ਰੱਖਦਾ ਸੀ ਬੋਰਡ ਆਫ ਡਾਇਰੈਕਟਰਜ਼। ਅਗਲਾ ਕੁਐਸਚਨ ਹੈ ਜੀ, ਪਿਟਸ ਇੰਡੀਆ ਐਕਟ ਦੁਆਰਾ ਈਸਟ ਇੰਡੀਆ ਕੰਪਨੀ ਦੇ ਰਾਜਨੀਤਿਕ ਪ੍ਰਬੰਧ ਲਈ ਕਿਹੜੀ ਸੰਸਥਾ ਬਣਾਈ ਗਈ ਸੀ ਜੀ? ਬੋਰਡ ਆਫ ਕੰਟਰੋਲ। ਠੀਕ ਹੈ ਜੀ, ਬੋਰਡ ਆਫ ਕੰਟਰੋਲ ਸੰਸਥਾ ਬਣਾਈ ਸੀ ਈਸਟ ਇੰਡੀਆ ਕੰਪਨੀ ਦੇ ਰਾਜਨੀਤਿਕ ਪ੍ਰਬੰਧਾਂ ਦੇ ਜਾਂਚ ਪੜਤਾਲ ਲਈ ਦੇ ਪ੍ਰਬੰਧ ਦਾ ਧਿਆਨ ਰੱਖਣ ਲਈ। ਠੀਕ ਹੈ ਜੀ, ਅਗਲਾ ਆ ਗਿਆ ਜੀ, ਪਿਟਸ ਇੰਡੀਆ ਕੰਪਨੀ ਦੁਆਰਾ ਕਿਹੜੀ ਸ਼ਾਸਨ ਪ੍ਰਣਾਲੀ ਦਾ ਆਰੰਭ ਕੀਤਾ ਗਿਆ ਜੀ? ਦੋਹਰੀ ਸ਼ਾਸਨ ਪ੍ਰਣਾਲੀ। ਅਗਲਾ ਕੁਐਸਚਨ, ਕਿਹੜੇ ਕਾਨੂੰਨ ਦੁਆਰਾ ਪ੍ਰਾਂਤੀ ਵਿਧਾਨ ਪ੍ਰੀਸ਼ਦਾਂ ਵਿੱਚ ਗੈਰ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਗਈ? ਇੰਡੀਅਨ ਕੌਂਸਲ ਐਕਟ 1892। ਅਗਲਾ ਕੁਐਸਚਨ ਹੈ ਜੀ, ਗੈਰ ਸਰਕਾਰੀ ਮੈਂਬਰਾਂ ਦੀ ਨਿਯੁਕਤੀ ਲਈ ਚੋਣਾਂ ਦੀ ਵਿਵਸਥਾ ਕਿਸ ਕਾਨੂੰਨ ਦੁਆਰਾ ਕੀਤੀ ਗਈ? ਇੰਡੀਅਨ ਕੌਂਸਲ ਐਕਟ 1892। ਇੰਡੀਅਨ ਕੌਂਸਲ ਐਕਟ 1909 ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ? ਮਾਰਲੇ ਮਿੰਟੋ ਸੁਧਾਰ। ਠੀਕ ਹੈ ਜੀ, ਮਾਰਲੇ ਮਿੰਟੋ ਸੁਧਾਰ। ਅੱਛਾ, ਮਾਰਲੇ ਕਹਿੰਦੇ ਵੀ ਕੌਣ ਸੀਗਾ? ਲਾਰਡ ਮਾਰਲੇ ਮਿੰਟੋ ਕੌਣ ਸੀ? ਭਾਰਤ ਦਾ ਸੈਕਟਰੀ ਆਫ ਸਟੇਟ। ਲਾਰਡ ਮਿੰਟੋ ਕੌਣ ਸੀਗਾ ਜੀ? ਲਾਰਡ ਮਿੰਟੋ ਕਹਿੰਦੇ ਭਾਰਤ ਦਾ ਵਾਇਸਰਾਏ ਸੀ। ਤੇ ਅਗਲਾ ਆ ਗਿਆ ਜੀ, ਮਾਰਲੇ ਮਿੰਟੋ ਕਾਨੂੰਨ ਦੁਆਰਾ ਕੇਂਦਰੀ ਪਰਿਸ਼ਦ ਵਿੱਚ ਮੈਂਬਰਾਂ ਦੀ ਗਿਣਤੀ ਕਿੰਨੀ ਦਿੱਤੀ ਗਈ ਹੈ ਜੀ? 60। ਅਗਲਾ ਕੁਐਸਚਨ ਹੈ, ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਦਾ ਪਹਿਲਾ ਭਾਰਤੀ ਮੈਂਬਰ ਕਿਸ ਨੂੰ ਬਣਾਇਆ ਗਿਆ ਜੀ? ਇੰਪੋਰਟੈਂਟ ਸਵਾਲ ਹੈ, ਸਤਿੰਦਰ ਪ੍ਰਸਾਦ ਸਿਨਹਾ ਨੂੰ। ਠੀਕ ਹੈ ਜੀ, ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਦਾ ਪਹਿਲਾ ਭਾਰਤੀ ਮੈਂਬਰ ਸੀ ਇਹ ਸਤਿੰਦਰ ਪ੍ਰਸਾਦ ਸਿਨਹਾ। ਸਿਵਲ ਸਰਵਿਸ ਪਾਸ ਕਰਨ ਵਾਲਾ ਪਹਿਲਾ ਭਾਰਤੀ ਕਿਹੜਾ ਸੀਗਾ ਜੀ? ਸਿਵਲ ਸਰਵਿਸ ਦੀ ਪ੍ਰੀਖਿਆ ਜਿਹੜੀ ਅੰਗਰੇਜ਼ ਲੈਂਦੇ ਸੀ ਉਹਨੂੰ ਪਾਸ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀ? ਕਮੈਂਟ ਕਰਕੇ ਤੁਸੀਂ ਦੱਸੋਗੇ। ਅਗਲਾ ਕੁਐਸਚਨ ਹੈ ਜੀ, ਕਿਹੜੇ ਕਾਨੂੰਨ ਦੁਆਰਾ ਸੰਪਰਦਾਇਕ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ? ਮਾਰਲੇ ਮਿੰਟੋ ਐਕਟ ਦੇ ਰਾਹੀਂ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਜੀ, ਭਾਰਤ ਵਿੱਚ ਸੰਪਰਦਾਇਕ ਚੋਣਾਂ ਦਾ ਪਿਤਾ ਕਿਹਾ ਜਾਂਦਾ ਹੈ? ਲਾਰਡ ਮਿੰਟੋ ਨੂੰ ਕਿਹਾ ਜਾਂਦਾ ਹੈ। ਅਗਲਾ ਆ ਗਿਆ ਜੀ, ਬ੍ਰਿਟਿਸ਼ ਸਰਕਾਰ ਨੇ ਕਦੋਂ ਘੋਸ਼ਿਤ ਕੀਤਾ ਕਿ ਉਸ ਦਾ ਉਦੇਸ਼ ਭਾਰਤ ਵਿੱਚ ਉੱਤਰਦਾਈ ਸਰਕਾਰ ਦੀ ਸਥਾਪਨਾ ਹੈ? 20 ਅਗਸਤ 1917 ਨੂੰ। ਅਗਲਾ ਆ ਗਿਆ, ਭਾਰਤ ਸ਼ਾਸਨ ਕਾਨੂੰਨ ਕਦੋਂ ਬਣਾਇਆ ਗਿਆ? 1919 ਦੇ ਵਿੱਚ। ਭਾਰਤ ਸ਼ਾਸਨ ਕਾਨੂੰਨ ਕਦੋਂ ਲਾਗੂ ਕੀਤਾ ਗਿਆ? ਲਾਗੂ ਕੀਤਾ ਗਿਆ ਜੀ 1921 ਦੇ ਵਿੱਚ ਆਇਆ, 1919 ਦੇ ਵਿੱਚ ਆ। ਅਗਲਾ ਕੁਐਸਚਨ, ਭਾਰਤ ਸ਼ਾਸਨ ਕਾਨੂੰਨ 1919 ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਇਹਨੂੰ ਨਾਂ ਨਾਲ ਜਾਣਿਆ ਜਾਂਦਾ ਜੀ ਮਾਉਂਟਗੇਓ ਚੇਮਸਫੋਰਡ ਕਾਨੂੰਨ। ਠੀਕ ਹੈ, ਕਿਹੜੇ ਕਾਨੂੰਨ ਦੁਆਰਾ ਕੇਂਦਰ ਅਤੇ ਰਾਜ ਵਿਚਕਾਰ ਵਿਸ਼ਿਆਂ ਦੀ ਵੰਡ ਕੀਤੀ ਗਈ? ਮਾਉਂਟਗੇਓ ਚੇਮਸਫੋਰਡ ਕਾਨੂੰਨ ਰਾਹੀਂ। ਠੀਕ ਹੈ, ਭਾਰਤ ਸ਼ਾਸਨ ਕਾਨੂੰਨ ਦਾ ਹੀ ਇਹ 1919 ਦਾ ਇਹਦਾ ਦੂਜਾ ਨਾਂ ਗਾ ਮਾਉਂਟਗੇਓ ਚੇਮਸਫੋਰਡ ਕਾਨੂੰਨ। ਇਹਦੇ ਰਾਹੀਂ ਕਰਿਆ ਕੀ ਗਿਆ? ਕੇਂਦਰ ਅਤੇ ਰਾਜ ਵਿਚਕਾਰ ਵਿਸ਼ਿਆਂ ਦੀ ਵੰਡ ਕੀਤੀ ਗਈ ਜੀ। ਅਗਲਾ ਆ ਗਿਆ ਜੀ, ਮਾਉਂਟਗੇਓ ਚੇਮਸਫੋਰਡ ਕਾਨੂੰਨ ਦੁਆਰਾ ਲਾਗੂ ਕੀਤੀ ਗਈ ਸ਼ਾਸਨ ਪ੍ਰਣਾਲੀ ਨੂੰ ਕੀ ਨਾਮ ਦਿੱਤਾ ਗਿਆ? ਦੋਹਰੀ ਸ਼ਾਸਨ ਪ੍ਰਣਾਲੀ। ਠੀਕ ਹੈ ਜੀ, ਪਹਿਲੀ ਵਾਰ 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕਿਹੜੇ ਕਾਨੂੰਨ ਦੁਆਰਾ ਕੀਤੀ ਗਈ? 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਪਹਿਲੀ ਵਾਰ ਜਦੋਂ ਕੀਤੀ ਗਈ ਮਾਉਂਟਗੇਓ ਚੇਮਸਫੋਰਡ। ਠੀਕ ਹੈ, ਚੇਮਸਫੋਰਡ ਕਾਨੂੰਨ ਦੁਆਰਾ ਕੀਤੀ ਗਈ ਜੀ। ਅਗਲਾ ਕੁਐਸਚਨ ਹੈ ਜੀ, ਮਾਉਂਟਗੇਓ ਚੇਮਸਫੋਰਡ ਕਾਨੂੰਨ ਦੁਆਰਾ ਭਾਰਤੀ ਲੋਕਾਂ ਨੂੰ ਕਿਸ ਆਧਾਰ 'ਤੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ? ਸੰਪੱਤੀ ਕਰ ਅਤੇ ਸਿੱਖਿਆ ਦੇ ਆਧਾਰ 'ਤੇ। ਲੋਕ ਸੇਵਾ ਆਯੋਗ ਦਾ ਗਠਨ ਕਿਸ ਕਾਨੂੰਨ ਦੁਆਰਾ ਕੀਤਾ ਗਿਆ ਜੀ? ਮਾਉਂਟਗੇਓ ਚੇਮਸਫੋਰਡ ਕਾਨੂੰਨ ਦੁਆਰਾ। ਲੋਕ ਸੇਵਾ ਆਯੋਗ ਦਾ ਗਠਨ ਕੀਤਾ ਗਿਆ ਕਦੋਂ ਕੀਤਾ ਗਿਆ ਜੀ? ਲੋਕ ਸੇਵਾ ਆਯੋਗ ਦਾ ਗਠਨ 1926 ਦੇ ਵਿੱਚ। ਮਾਉਂਟਗੇਓ ਚੇਮਸਫੋਰਡ ਕਾਨੂੰਨ ਦੇ ਤਹਿਤ ਰਾਜਾਂ ਦਾ ਬਜਟ ਬਣਾਉਣ ਦਾ ਅਧਿਕਾਰ ਆ ਜਿਹੜਾ ਇਹ ਕਿਸ ਨੂੰ ਦਿੱਤਾ ਗਿਆ? ਰਾਜਾਂ ਦਾ ਬਜਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਰਾਜ ਵਿਧਾਨ ਸਭਾਵਾਂ ਨੂੰ। ਅਗਲਾ ਕੁਐਸਚਨ ਹੈ ਜੀ, ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? ਧਿਆਨ ਨਾਲ ਦੇਖਣਾ ਵੀ ਨਿਯੁਕਤੀ ਆ। ਠੀਕ ਹੈ, ਕਿਤੇ ਫਟਾਫਟ 1928 ਦੇ ਟਿਕ ਲਾ ਦੋ। 1927 ਇਹਦਾ ਰਾਈਟ ਆਨਸਰ ਹੈ। ਜੇ ਪੁੱਛ ਲਿਆ ਵੀ ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਸੀ, ਫਿਰ 1928 ਲਾਉਣਾ। ਥੱਲੇ ਕੁਐਸਚਨ ਵੀ ਪਿਆ ਵੀ ਕਦੋਂ ਆਇਆ ਭਾਰਤ ਕਦੋਂ ਆਇਆ? 1928 ਦੇ ਵਿੱਚ। ਕਿੰਨੇ ਇਹਦੇ ਮੈਂਬਰ ਸੀ?
ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸੀ? ਆ 3 ਨਹੀਂ ਹੈਗਾ, ਇੱਥੇ ਚੌਕ ਭੁਲੇਖੇ ਨਾਲ ਪੈ ਗਿਆ, ਇਹ ਗਲਤੀ ਨਾਲ। ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸੀਗੇ ਜੀ? 7 ਮੈਂਬਰ ਸੀਗੇ, ਠੀਕ ਹੈ। ਅਤੇ ਸਾਈਮਨ ਕਮਿਸ਼ਨ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਕਿਉਂ ਹੋਇਆ? ਕਿਉਂਕਿ ਇਸ ਕਮਿਸ਼ਨ ਦੇ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ, ਸਾਰੇ ਬ੍ਰਿਟਿਸ਼ ਮੈਂਬਰ ਸੀ, ਠੀਕ ਹੈ ਜੀ। ਭਾਰਤੀਆਂ ਨੇ ਇਹਦਾ ਵਿਰੋਧ ਕੀਤਾ। ਅਤੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਕਿਸ ਪ੍ਰਸਿੱਧ ਭਾਰਤੀ ਸੁਤੰਤਰਤਾ ਸੰਗਰਾਮੀ ਨੇ ਸ਼ਹੀਦੀ ਪ੍ਰਾਪਤ ਕਰਤੀ? ਲਾਲਾ ਲਾਜਪਤ ਰਾਏ ਨੇ, ਠੀਕ ਹੈ ਜੀ। ਇਹਨਾਂ 'ਤੇ ਲਾਠੀਚਾਰਜ ਹੋ ਗਿਆ ਸੀ, ਫਿਰ ਇਹਨਾਂ ਉਹ ਜਿਸ ਦੀ ਵਜ੍ਹਾ ਕਾਰਨ ਇਹਨਾਂ ਦੀ ਮੌਤ ਹੋ ਗਈ ਸੀ ਜੀ। ਅਗਲਾ ਕੁਐਸਚਨ ਹੈ ਜੀ, ਸਾਈਮਨ ਕਮਿਸ਼ਨ ਨੇ ਆਪਣੀ ਰਿਪੋਰਟ ਕਦੋਂ ਪੇਸ਼ ਕੀਤੀ? 1930 ਦੇ ਵਿੱਚ। ਸਾਈਮਨ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਵਿਚਾਰ ਕਰਨ ਲਈ ਕਿੱਥੇ ਗੋਲਮਾਜ ਕਾਨਫਰੰਸਾਂ ਕੀਤੀਆਂ ਗਈਆਂ? ਲੰਡਨ ਦੇ ਵਿੱਚ। ਕਿੰਨੀਆਂ ਹੋਈਆਂ? 3, 1930, 1931, 1932। ਮਹਾਤਮਾ ਗਾਂਧੀ ਨੇ ਸਿਰਫ ਦੂਜੀ ਗੋਲਮੇਜ਼ ਕਾਨਫਰੰਸ 1931 ਵਾਲੀ 'ਚ ਹਿੱਸਾ ਲਿਆ ਸੀ, ਠੀਕ ਹੈ, ਦੂਜੀ ਗੋਲਮੇਜ਼ ਕਾਨਫਰੰਸ। ਅਤੇ ਡਾਕਟਰ ਅੰਬੇਦਕਰ ਸੀਗੇ ਜਿਹੜੇ ਇਹਨਾਂ ਨੇ 3 ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਹਿੱਸਾ ਲਿਆ ਸੀ। ਅਗਲਾ ਜੀ, ਗੋਲਮੇਜ਼ ਕਾਨਫਰੰਸਾਂ ਦੇ ਆਧਾਰ 'ਤੇ ਕਿਹੜਾ ਪੱਤਰ ਜਾਰੀ ਕੀਤਾ ਗਿਆ ਸੀ ਜੀ? ਸੰਵਿਧਾਨਕ ਸੁਧਾਰਾਂ ਦਾ ਸਵੇਤ ਪੱਤਰ, ਠੀਕ ਹੈ ਜੀ। ਬਹੁਤ ਸਵਾਲ ਤੁਹਾਡੀ ਨਜ਼ਰ ਪਹਿਲੀ ਵਾਰੀ ਆਏ ਹੋਣਗੇ, ਠੀਕ ਹੈ। ਬਹੁਤ ਇੰਪੋਰਟੈਂਟ ਸਵਾਲ ਨੇ ਸਾਰੇ, ਅਤੇ ਸਾਰਿਆਂ ਨੂੰ ਧਿਆਨ ਨਾਲ ਪੜ੍ਹ ਲੈਣਾ ਜੀ। ਅਗਲਾ ਆ ਗਿਆ ਜੀ, ਸੰਪਰਦਾਇਕ ਅਵਾਰਡ ਯੋਜਨਾ ਦੀ ਘੋਸ਼ਣਾ ਕਿਸ ਨੇ ਕੀਤੀ? ਰਾਮ ਸੇ ਮੈਕਡੋਨਾਲਡ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਸੰਪਰਦਾਇਕ ਅਵਾਰਡ ਯੋਜਨਾ ਦੀ ਘੋਸ਼ਣਾ ਕਦੋਂ ਕੀਤੀ ਗਈ? ਅਗਸਤ 1932 ਦੇ ਵਿੱਚ। ਅਗਲਾ ਕੁਐਸਚਨ ਹੈ ਜੀ, ਕਿਹੜੇ ਸਮਝੌਤੇ ਰਾਹੀਂ ਚੋਣ ਖੇਤਰਾਂ ਵਿੱਚ ਦਲਿਤਾਂ ਦੀਆਂ ਸੀਟਾਂ ਰਾਖਵੀਆਂ ਰੱਖੀਆਂ ਗਈਆਂ? ਪੂਨਾ ਸਮਝੌਤਾ। ਮਹਾਤਮਾ ਗਾਂਧੀ ਅਤੇ ਡਾਕਟਰ BR ਅੰਬੇਦਕਰ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਕਦੋਂ ਹੋਇਆ ਸੀ? ਕਮੈਂਟ ਕਰਕੇ ਦੱਸੋ। ਅਗਲਾ ਕੁਐਸਚਨ ਹੈ ਜੀ, ਭਾਰਤ ਸਰਕਾਰ ਕਾਨੂੰਨ 1935 ਦੀਆਂ ਕਿੰਨੀਆਂ ਧਾਰਾਵਾਂ ਅਤੇ ਅਨੁਸੂਚੀਆਂ ਸੀ? 321 ਅਤੇ 10 ਅਨੁਸੂਚੀਆਂ ਸੀ। ਕਿਹੜੇ ਦੀਆਂ ਕਾਨੂੰਨ ਦੀਆਂ? ਭਾਰਤ ਸਰਕਾਰ ਕਾਨੂੰਨ 1935, ਠੀਕ ਹੈ। 321 ਧਾਰਾਵਾਂ, ਚਾਹੇ ਅਨੁਛੇਦ ਕਹਿ ਲਓ ਇਹਨੂੰ, ਠੀਕ ਹੈ, ਆਰਟੀਕਲ ਕਹਿ ਲਓ, ਅਤੇ ਆਹ 10 ਅਨੁਸੂਚੀਆਂ ਸੀ ਉਦੋਂ। ਕਿਹੜੇ ਕਾਨੂੰਨ ਦੁਆਰਾ ਪਹਿਲੀ ਵਾਰ ਭਾਰਤ ਨੂੰ ਸੰਘ ਦਾ ਦਰਜਾ ਦਿੱਤਾ ਗਿਆ? ਭਾਰਤ ਸਰਕਾਰ ਕਾਨੂੰਨ 1935, ਠੀਕ ਹੈ ਜੀ। ਅਗਲਾ ਆ ਗਿਆ ਜੀ, ਭਾਰਤ ਸਰਕਾਰ ਕਾਨੂੰਨ 1935 ਦੁਆਰਾ ਸ਼ਕਤੀਆਂ ਦੀ ਵੰਡ ਕਿੰਨੀਆਂ ਸੂਚੀਆਂ ਦੇ ਆਧਾਰ 'ਤੇ ਕੀਤੀ ਗਈ? 3 ਦੇ, ਠੀਕ ਹੈ, ਸੰਘੀ, ਰਾਜ ਅਤੇ ਸਾਮਵਰਤੀ ਸੂਚੀਆਂ। ਸੰਵਿਧਾਨ ਦਾ ਜ਼ਿਆਦਾਤਰ ਹਿੱਸਾ ਕਿਸ ਤੋਂ ਲਿਆ ਗਿਆ? ਜੇ ਪੁੱਛ ਲਿਆ ਗਿਆ, ਜੇ ਆਪਸ਼ਨ ਦੇ ਵਿੱਚ ਦਿੱਤਾ ਗਿਆ ਭਾਰਤ ਸਰਕਾਰ ਕਾਨੂੰਨ 1935 ਦਾ, ਚੁੱਪ-ਚਾਪ 'ਤੇ ਟਿਕ ਲਾ ਦੇਣਾ, ਕਿਤੇ ਉੱਥੇ ਅਮਰੀਕਾ ਜਾਂ ਇੰਗਲੈਂਡ ਹੋਰ ਕਿਸੇ 'ਤੇ ਟਿਕ ਨਾ ਲਾਈ ਜਾਇਓ। ਭਾਰਤੀ ਸੰਵਿਧਾਨ ਦਾ ਸਭ ਤੋਂ ਵੱਧ ਹਿੱਸਾ ਜਿਹੜਾ ਸ਼ਾਮਿਲ ਕੀਤਾ ਗਿਆ ਭਾਰਤ ਸਰਕਾਰ ਕਾਨੂੰਨ ਐਕਟ 1935 ਦੇ ਵਿੱਚੋਂ ਲਿਆ ਗਿਆ, ਠੀਕ ਹੈ ਜੀ। ਹੁਣ ਇਹ ਆਪਾਂ ਨੂੰ ਇੱਥੋਂ ਵੀ ਸਪਸ਼ਟ ਹੋ ਗਈ ਗੱਲ। ਆਹ 3 ਸੂਚੀਆਂ ਹੈਗੀਆਂ ਨੇ ਨਾ, ਹੁਣ ਸੰਘੀ ਸੂਚੀ, ਰਾਜ ਸੂਚੀ, ਸਾਮਵਰਤੀ ਸੂਚੀ, ਇਹ ਕਿੱਥੋਂ ਲਈ ਗਈ ਹੈ? ਇੱਥੋਂ ਹੀ ਲਈ ਗਈ ਹੈ, ਭਾਰਤ ਸਰਕਾਰ ਕਾਨੂੰਨ 1935 ਤੋਂ। ਅਗਲਾ ਆ ਗਿਆ ਜੀ, ਕੇਂਦਰ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦਾ ਆਰੰਭ ਆ ਜਿਹੜਾ ਕਿਹੜੇ ਕਾਨੂੰਨ ਦੁਆਰਾ ਕੀਤਾ ਗਿਆ ਸੀ? ਭਾਰਤ ਸਰਕਾਰ ਕਾਨੂੰਨ 1935 ਦੁਆਰਾ, ਠੀਕ ਹੈ ਜੀ। ਇਹ ਸਾਰੇ ਪੇਪਰਾਂ ਲਈ ਜ਼ਰੂਰੀ ਵੀਡੀਓ ਆ। ਇਹ ਪੰਜਾਬ ਦੇ ਜਿੰਨੇ ਵੀ ਪੇਪਰ ਹੋ ਰਹੇ, ਚਾਹੇ ਤੁਸੀਂ ਬੈਂਕਿੰਗ ਲਾਈਨ 'ਚ, ਚਾਹੇ ਕਲਰਕ ਦਾ ਪੇਪਰ ਦੇ ਰਹੇ ਹੋ, ਕੋਈ ਵੀ ਮਹਿਕਮੇ ਦਾ, ਠੀਕ ਹੈ, ਚਾਹੇ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ, ਕਿਉਂਕਿ ਪੋਲਿਟੀ ਹਰ ਇੱਕ ਪੇਪਰ ਦਾ ਹਿੱਸਾ, ਠੀਕ ਹੈ ਨਾ, ਇੰਪੋਰਟੈਂਟ ਪਾਰਟ ਆ ਹਰ ਇੱਕ ਪੇਪਰ ਦਾ ਹੈ। ਇਸ ਲਈ ਇਹਨਾਂ ਨੂੰ ਵੀਡੀਓ ਨੂੰ ਧਿਆਨ ਨਾਲ ਦੇਖਣਾ। ਪੋਲਿਟੀ ਦੀਆਂ ਆਪਣੀਆਂ ਪਲੇਲਿਸਟਾਂ ਬਣੀਆਂ ਹੋਈਆਂ ਨੇ, ਉਹ ਜਿਹੜੇ ਪਹਿਲੀ ਵਾਰ ਚੈਨਲ 'ਤੇ ਆਏ ਨੇ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਪ੍ਰੈਸ ਕਰ ਲਿਓ, ਤਾਂ ਕਿ ਜ਼ਰੂਰੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ, ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਟੈਲੀਗ੍ਰਾਮ ਜ਼ਰੂਰ ਜੁਆਇਨ ਕਰ ਲਓ, ਔਰ ਪਲੇਲਿਸਟ ਦੇ ਵਿੱਚ ਜਾ ਕੇ ਪੋਲਿਟੀ ਦੀਆਂ ਵੀਡੀਓ ਜ਼ਰੂਰ ਦੇਖਣੀਆਂ ਨੇ ਸਾਰਿਆਂ ਨੇ। ਸੋ ਜਿਹੜੀਆਂ ਤੁਹਾਡੇ ਪੇਪਰ ਨਾਲ ਸੰਬੰਧਿਤ ਬਾਕੀ ਵਿਸ਼ੇ ਨੇ, ਪਲੇਲਿਸਟਾਂ ਸਾਰਿਆਂ ਦੀਆਂ ਬਣੀਆਂ ਹੋਈਆਂ ਨੇ, ਠੀਕ ਹੈ ਨੇ। ਹਿਸਟਰੀ ਦੀਆਂ ਵੀ ਵੀਡੀਓ ਸ਼ੁਰੂ ਹੋ ਜਾਣਗੀਆਂ ਹੁਣ, ਔਰ ਪੰਜਾਬ ਹਿਸਟਰੀ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਇੱਕ ਦੇ ਦਿਨ ਦੇ ਵਿੱਚ ਹੀ ਪੂਰੀ ਪੰਜਾਬ ਹਿਸਟਰੀ ਆਪਾਂ ਪੜ੍ਹਾਂਗੇ, ਸ਼ੁਰੂ ਤੋਂ ਲੈ ਕੇ ਲਾਸਟ ਤੱਕ, ਠੀਕ ਹੈ ਜੀ। ਚੰਗੀ ਤਰ੍ਹਾਂ ਤਸੱਲੀ ਕਰਾ ਦਾਂਗੇ, ਜਦੋਂ ਤੁਹਾਡੇ ਹੱਥ ਖੜ੍ਹੇ ਹੋ ਗਏ ਫਿਰ ਹਟਾਂਗੇ। ਅਗਲਾ ਕੁਐਸਚਨ ਹੈ, ਭਾਰਤ ਸਰਕਾਰ ਕਾਨੂੰਨ 1935 ਦੁਆਰਾ ਲਗਭਗ ਕਿੰਨੇ ਫੀਸਦੀ ਭਾਰਤੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ? 10% ਨੂੰ, ਠੀਕ ਹੈ ਜੀ। 10% ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਭਾਰਤ ਸਰਕਾਰ ਕਾਨੂੰਨ 1935 ਦੁਆਰਾ। ਸੋ ਇਸ 'ਤੇ ਵੀਡੀਓ ਆਪਦਾ ਲਾਸਟ ਕੁਐਸਚਨ ਸੀਗਾ ਜੀ ਇਹ, ਠੀਕ ਹੈ। ਸੋ ਬਾਕੀ ਕੱਲ੍ਹ ਨੂੰ ਸੁਬਾਹ ਜਲਦੀ ਵੀਡੀਓ ਅਪਲੋਡ ਕਰਾਂਗੇ। ਮਾਸਟਰ ਕੇਡਰ ਵਾਲਿਆਂ ਲਈ ਕੋਲ ਕੱਲ੍ਹ ਦਾ ਦਿਨ ਵੀ ਹੈਗਾ, ਇੱਕ ਦਿਨ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਿਓ। ਕੋਈ ਵੀ ਜ਼ਰੂਰੀ ਅਪਡੇਟ ਹੋਊਗਾ ਉਹ ਕੱਲ੍ਹ ਨੂੰ ਮੈਂ ਤੁਹਾਨੂੰ ਵੀਡੀਓ ਜ਼ਰੀਏ ਦੇਵਾਂਗੇ। ਅਤੇ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਲੈਣਾ, ਤਾਂ ਕਿ ਜੇ ਅਚਨਚੇਤ ਕੋਈ ਮੈਸੇਜ ਲਾਉਣਾ ਪੈ ਜੇ
ਕੋਈ ਜ਼ਰੂਰੀ ਗੱਲ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ ਜਾਂ ਕੋਈ ਜ਼ਰੂਰੀ PDF ਕੋਈ ਨੋਟੀਫਿਕੇਸ਼ਨ, ਤਾਂ ਉਹ ਟੈਲੀਗ੍ਰਾਮ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕੀਤਾ ਜਾ ਸਕਦਾ। ਔਰ ਟੈਲੀਗ੍ਰਾਮ ਗਰੁੱਪ ਜੁਆਇਨ ਕਰਨ ਦਾ ਇੱਕ ਇਹ ਫਾਇਦਾ ਕਿ ਹੁਣ ਤੁਸੀਂ ਜੁਆਇਨ ਕਰੋਗੇ, ਤੁਹਾਡੇ ਤੋਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਵੀ ਜਿਹੜੀ ਉਹਦੇ ਵਿੱਚ PDF ਜਾਂ ਜਿਹੜਾ ਵੀ ਮਟੀਰੀਅਲ ਪਾਇਆ ਹੋਊਗਾ ਉਹ ਵੀ ਤੁਹਾਨੂੰ ਸ਼ੋਅ ਹੋਊਗਾ। WhatsApp 'ਚ ਤਾਂ ਇਹ ਹੁੰਦਾ ਨਹੀਂ ਨਾ, ਜਦੋਂ ਤੋਂ ਆਪਾਂ WhatsApp ਗਰੁੱਪ ਜੁਆਇਨ ਕਰਦੇ ਹਾਂ ਤਾਂ ਤੁਹਾਨੂੰ ਉਹੀ ਚੀਜ਼ ਸ਼ੋਅ ਹੋਊਗੀ ਜਿਹੜੀ ਅੱਜ ਪਾਵਾਂਗੇ ਤੁਹਾਡੇ ਜੁਆਇਨ ਕਰਨ ਤੋਂ ਬਾਅਦ। ਪਰ ਇਹ ਤੁਹਾਡੇ ਜੁਆਇਨ ਕਰਨ ਤੋਂ ਪਹਿਲਾਂ ਵੀ ਜਿਹੜੇ ਆਪਣੇ ਟੈਸਟ ਪਾਏ ਗਏ ਨੇ ਉਹ ਵੀ ਸਾਰੇ ਤੁਸੀਂ ਦੇ ਸਕਦੇ ਹੋ। ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ। ਸੋ ਕਮੈਂਟ ਕਰਕੇ ਦੱਸਿਓ ਵੀਡੀਓ ਆਪਣੀ ਕਿਵੇਂ ਦੀ ਲੱਗੀ, ਅਤੇ ਕੱਲ੍ਹ ਨੂੰ ਆਪਾਂ ਜਿਹੜੇ ਹੋਰ ਇੰਪੋਰਟੈਂਟ ਟੋਪਿਕ ਨੇ ਪੇਪਰ ਤੋਂ ਪਹਿਲਾਂ ਉਹ ਆਪਾਂ ਡਿਸਕਸ ਕਰ ਲਾਂਗੇ ਜੀ। ਠੀਕ ਹੈ ਜੀ, ਧੰਨਵਾਦ।